Yes, we are live now. Very good afternoon, everyone. I hope you all are doing great. So, ਰਾਜੇ ਅੱਜ ਆਪਾਂ ਪੈਡਾਗੋਜੀ ਦਾ ਡੇ 3 ਡਿਸਕਸ ਕਰਨਾ ਤੁਹਾਡੇ ਨਾਲ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਪੈਡਾਗੋਜੀ ਸੀਰੀਜ਼ ਸਟਾਰਟ ਕਰੀ ਹੋਈ ਹੈ। ਨਾਲ ਆਪਾਂ ਇਹ ਤੁਹਾਨੂੰ ਦੱਸਿਆ ਸੀ ਕਿ ਕੰਪਰੀਹੈਂਸ਼ਨ ਦਾ ਹਫਤੇ 'ਚ ਇੱਕ ਵਾਰੀ ਤੁਹਾਡਾ ਲੈਕਚਰ ਜ਼ਰੂਰ ਲੱਗਿਆ ਕਰੇਗਾ। ਸੋ ਆਈ ਹੋਪ ਕਿ ਜਿਨ੍ਹਾਂ ਬੱਚਿਆਂ ਨੇ ਪਹਿਲਾਂ ਦੀਆਂ ਪਲੇਲਿਸਟ ਨਹੀਂ ਦੇਖੀਆਂ ਹੁਣ ਜਾ ਕੇ ਦੇਖ ਚੁੱਕੇ ਹੋਵੋਗੇ। ਸੋ ਵਿਦਆਊਟ ਵੇਸਟਿੰਗ ਆਫ ਟਾਈਮ ਆਪਾਂ ਕਰਦੇ ਹਾਂ ਸਟਾਰਟ ਆਪਣਾ ਅੱਜ ਦਾ ਸੈਸ਼ਨ। ਇਨ ਕੇਸ ਕਿਸੇ ਬੱਚੇ ਨੇ ਕਲਾਸ ਅੱਜ ਫਸਟ ਟਾਈਮ ਜੁਆਇਨ ਕਰਨੀ ਹੈ ਰਾਜੇ, ਤੁਸੀਂ ਇੱਕ ਵਾਰੀ ਜ਼ਰੂਰ ਪੁਰਾਣੇ ਲੈਕਚਰਸ ਨੂੰ ਦੇਖ ਲਿਆ ਜੇ। ਬੜੇ ਅੱਛੇ ਕੁਐਸਚਨਸ ਉਹਨਾਂ ਵਿੱਚ ਕਰਵਾਏ ਗਏ ਨੇ। ਕੰਪਰੀਹੈਂਸ਼ਨ ਦੀ ਵੀ ਕਲਾਸ ਲੱਗੀ ਸੀ ਤੇ ਨਾਲ ਪੈਡਾਗੋਜੀ ਦੀ ਵੀ 2 ਕਲਾਸਿਸ ਲੱਗ ਚੁੱਕੀਆਂ ਨੇ। ਸੋ ਅੱਜ ਦੀ ਕਲਾਸ ਆਪਣੀ ਪੈਡਾਗੋਜੀ ਬੇਸਡ ਥਰਡ ਹੋਏਗੀ। ਇਹਦੇ ਵਿੱਚ ਵੀ ਬੜੇ ਅੱਛੇ ਕੁਐਸਚਨਸ 15 ਕੁਐਸਚਨਸ ਨੂੰ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ। ਹਾਂਜੀ, ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੁਹਾਡੇ ਲਈ, ਜਿਨ੍ਹਾਂ ਬੱਚਿਆਂ ਨੇ ਫ੍ਰੀ WhatsApp ਗਰੁੱਪ ਜੁਆਇਨ ਨਹੀਂ ਕਰਿਆ ਰਾਜੇ, QR ਕੋਡ ਤੇ ਸਕੈਨ ਕਰਕੇ ਤੁਸੀਂ ਜੁਆਇਨ ਕਰ ਸਕਦੇ ਹੋ। ਹਾਂਜੀ, ਜਿਹੜਾ ਬੈਚ 27 ਅਗਸਤ 2025 ਨੂੰ ਸ਼ੁਰੂ ਹੋਣਾ ਸੀ ਰਾਜੇ, ਉਹ ਮੰਡੇ ਤੋਂ ਯਾਨੀ ਕਿ 1 ਸੈਪਟੰਬਰ ਤੋਂ ਸਟਾਰਟ ਹੋਣ ਜਾ ਰਿਹਾ ਹੈ। ਸੋ ਜਿਨ੍ਹਾਂ ਬੱਚਿਆਂ ਨੇ ਜੁਆਇਨ ਕਰਨਾ ਹੈ ਜਲਦੀ ਜਲਦੀ ਇਨਰੋਲ ਕਰਵਾ ਲਓ। ਆਫਰ ਹੈ ਜਸਟ ਫॉर 3 ਡੇਜ਼। 올ਡ ਸਟੂਡੈਂਟ ਲਈ ਹੈ 999 ਦੇ ਵਿੱਚ ਆਫਰ ਮਿਲ ਰਿਹਾ ਤੇ ਨਿਊ ਸਟੂਡੈਂਟਸ ਲਈ 1499 ਦੇ ਵਿੱਚ। ਸੋ ਜਿੰਦੀ ਵੈਲਿਡਿਟੀ 6 ਮੰਥ ਰਹਿਣ ਵਾਲੀ ਹੈ ਰਾਜੇ, ਜਲਦੀ ਤੋਂ ਜਲਦੀ ਜੁਆਇਨ ਕਰ ਲਓ। ਦਿੱਤੇ ਹੋਏ ਗਿਵਨ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਯੈਸ, अपना आज ਦਾ ਫਰਸਟ ਕੁਐਸਚਨ ਰਾਜੇ ਕੀ ਕਹਿ ਰਿਹਾ, ਧਿਆਨ ਨਾਲ ਦੇਖਿਓ। ਡਿਊਰਿੰਗ ਵਿਚ ਸਟੇਜ ਚਿਲਡਰਨ ਬਿਗਨ ਪ੍ਰੋਡਿਊਸਿੰਗ ਦਾ ਵੈਰੀ ਸੈਲੇਬਲ ਕੰਬੀਨੇਸ਼ਨ ਸਚ ਐਜ਼ ਅ ਬਾ ਡਾ ਡਾ ਬਾ। ਹੁਣ ਤੁਸੀਂ ਦੇਖਿਆ ਹੋਏਗਾ ਜਦੋਂ ਬੱਚਾ ਕੋਈ ਵੀ ਚੀਜ਼ ਬੋਲਦਾ ਹੈ, ਪ੍ਰੋਨਾਉਂਸ ਕਰਕੇ ਦੇਖਦਾ, ਸਟਾਰਟਿੰਗ ਦੇ ਵਿੱਚੋਂ ਨਾ ਸਾਊਂਡਸ ਨੂੰ ਬੋਲਣਾ ਸ਼ੁਰੂ ਕਰਦਾ ਹੈ। ਕੁਝ ਵੀ ਬੋਲਦਾ ਹੈ, ਕਈ ਵਾਰੀ ਸਿਮਿਲਰ ਵਰਡ ਬੋਲਣ ਲੱਗ ਪੈਂਦਾ, ਪਾ 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 ਕਰਕੇ ਪਾਪਾ ਬੋਲਣਾ ਸ਼ੁਰੂ ਕਰਦਾ ਹੈ ਨਾ, ਮਾਂ 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 ਕਰਕੇ ਮਾਮਾ। ਸੋ ਮਤਲਬ ਫਿਰ ਵਿੱਚੋਂ ਮਿਕਸ ਵਰਡ ਵੀ ਬੋਲਦਾ ਹੈ, ਬਾ ਪਾ ਕਾ ਚਾ, ਕੁਝ ਵੀ ABCD। ਸੋ ਉਹ ਪੁੱਛ ਰਹੇ ਨੇ ਇਸ ਸਟੇਜ ਨੂੰ ਬੇਸਿਕਲੀ ਕੀ ਕਵਾਂਗੇ, ਕੋਇੰਗ ਸਟੇਜ, ਦ ਵਨ ਵਰਡ ਸਟੇਜ, ਟੈਲੀਗ੍ਰਾਫਿਕ ਸਪੀਚ ਜਾਂ ਫਿਰ ਬੈਬਲਿੰਗ ਸਟੇਜ। ਸੋ ABCD ਦੇ ਵਿੱਚ ਤੁਸੀਂ ਰਾਈਟ ਆਨਸਰ ਕਰਨਾ ਹੈ। ਵਿਚ ਵਨ ਇਜ਼ ਦ ਕਰੈਕਟ ਆਨਸਰ। ਐਜ਼ ਯੂ ਆਲ ਨੋ, ਬੈਬਲਿੰਗ ਸਟੇਜ ਬਿਲਕੁਲ ਸਹੀ ਹੈ। ਬੈਬਲਿੰਗ ਸਟੇਜ ਦੇ ਵਿੱਚ ਹੀ ਬੱਚਾ ਕੀ ਹੈ, ਅਲੱਗ-ਅਲੱਗ ਸਾਊਂਡ ਨੂੰ ਪ੍ਰੋਡਿਊਸ ਕਰਦਾ ਹੈ, ਬਾ ਪਾ ਚਾ, ਠੀਕ ਹੈ, ਕਾ, ਐਵੇਂ ਦੀਆਂ, ਉਹਨੂੰ ਆਪਾਂ ਬੈਬਲਿੰਗ ਸਟੇਜ ਕਹਿ ਦਿੰਦੇ ਹਾਂ। ਸੋ ਅਕੋਰਡਿੰਗ ਟੂ ਦਿਸ ਕੁਐਸਚਨ ਆਪਣਾ ਰਾਈਟ ਆਨਸਰ ਕੀ ਹੋਏਗਾ, D ਵਿਲ ਬੀ ਅ ਰਾਈਟ ਆਨਸਰ। ਯੈਸ, ਆਲ ਕਲੀਅਰ। ਹਾਂਜੀ, ਕਲੀਅਰ ਹੈ ਰਾਜੇ ਸਾਰਿਆਂ ਨੂੰ। ਨੈਕਸਟ मूव करते हैं क्वेश्चन नंबर 2 ਤੇ। क्वेश्चन 2 ਕੀ ਕਹਿ ਰਿਹਾ ਹੈ, ਰੀਡਿੰਗ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਮੀਨਸ, ਜੇਕਰ ਤੁਸੀਂ ਇੰਗਲਿਸ਼ ਭਾਸ਼ਾ ਨੂੰ ਸਿੱਖਣਾ ਹੈ, ਫਸਟ ਭਾਸ਼ਾ ਤੁਸੀਂ ਮਦਰ ਟੰਗ ਸਿੱਖ ਰਹੇ ਹੋ, ਸੈਕੰਡ ਭਾਸ਼ਾ ਜੇਕਰ ਤੁਸੀਂ ਇੰਗਲਿਸ਼ ਸਿੱਖਣੀ ਹੈ ਤਾਂ ਕਿਵੇਂ ਸਿੱਖੋਗੇ। ਡਿਕੋਡ ਆਫ ਲੈਟਰਸ ਐਂਡ ਵਰਡਸ, ਰੀਡਿੰਗ ਅਲਾਉਡ ਮਤਲਬ ਤੁਸੀਂ ਉੱਚੀ ਉੱਚੀ ਬੋਲ ਕੇ ਪੜ੍ਹ ਕੇ ਦੇਖੋ, ਰੀਡਿੰਗ ਫॉर ਅ ਗ੍ਰਾਮਰ, ਗ੍ਰਾਮੈਟ੍ਰਿਕਲ ਤੁਸੀਂ ਇਹ ਚੀਜ਼ ਨੂੰ ਸਿੱਖੋ, ਜਾਂ ਫਿਰ ਮੀਨਿੰਗ ਮੇਕਿੰਗ। ਮੀਨਿੰਗ ਮੇਕਿੰਗ ਦਾ ਮਤਲਬ ਹੁੰਦਾ ਕਿ ਐਵੇਂ ਦੀਆਂ ਗੱਲਾਂ ਕਰੋ ਜਿੰਦੇ ਨਾਲ ਤੁਹਾਨੂੰ ਇੰਗਲਿਸ਼ ਦੇ ਮੀਨਿੰਗ ਸਮਝ ਆਣ ਕਿ ਹਾਂ ਇਹਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ। ਸੋ ਯੈਸ, ABCD ਆਪਸ਼ਨ ਦੇ ਵਿੱਚੋਂ ਸਿਲੈਕਟ ਕਰੋ ਕਿਹੜਾ ਆਨਸਰ ਐਕੂਰੇਟ ਹੋਏਗਾ। ਡੀਕੋਡ ਦਾ ਮਤਲਬ ਹੁੰਦਾ ਹੈ ਜੋ ਤੁਸੀਂ ਕਹਿ ਰਹੇ ਹੋ ਉਹਨੂੰ ਟਰਾਂਸਲੇਟ ਕਰਕੇ ਬੋਲਣਾ, ਉਹਨੂੰ ਚੇਂਜ ਕਰਕੇ ਸਮਝਾਉਣਾ ਤਾਂ ਕਿ ਬੱਚੇ ਦੀ ਅੰਡਰਸਟੈਂਡਿੰਗ ਅੱਛੀ ਹੋਏ। ਹੁਣ ਤੁਸੀਂ ਇੱਕ ਦੇਖੋ, ਆਪਾਂ ਕਲਾਸ ਦੇ ਵਿੱਚ ਬੇਸਿਕਲੀ ਕਿਹੜਾ ਮੈਥਡ ਯੂਜ਼ ਕਰ ਰਹੇ ਹਾਂ, ਗ੍ਰਾਮਰ ਟਰਾਂਸਲੇਸ਼ਨ ਮੈਥਡ। ਜੋ ਇੰਗਲਿਸ਼ 'ਚ ਲਿਖਿਆ ਹੁੰਦਾ ਮੈਂ ਉਹਨੂੰ ਕੀ ਕਰਦੀ ਹਾਂ, ਉਹਨੂੰ ਆਪਣੇ ਵੇ 'ਚ ਬੋਲ ਕੇ ਦੱਸਦੀ ਹਾਂ ਤਾਂ ਕਿ ਤੁਹਾਨੂੰ ਕੁਐਸਚਨ ਦੀ ਸੈਂਸ ਸਮਝ ਆ ਜਾਏ। ਸੋ ਉਸੇ ਹੀ ਤਰ੍ਹਾਂ ਮੈਂ ਕੀ ਕਰ ਰਹੀ ਹਾਂ, ਵਰਡ ਨੂੰ ਡੀਕੋਡ ਕਰ ਰਹੀ ਹਾਂ, ਜੋ ਲਿਖਿਆ ਹੋਇਆ ਹੈ ਉਹਨੂੰ ਡੀਕੋਡ ਕਰਕੇ ਤੁਹਾਡੇ ਅੱਗੇ ਪ੍ਰੈਜ਼ੈਂਟ ਕਰ ਰਹੀ ਹਾਂ ਤਾਂ ਕਿ ਤੁਹਾਡੀ ਅੰਡਰਸਟੈਂਡਿੰਗ ਅੱਛੀ ਬਣ ਸਕੇ। ਸੋ ਉਹੀ ਕਹਿ ਰਹੇ ਹਾਂ, ਰੀਡਿੰਗ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਮੀਨਸ decoding of letters and words. So that's why ਆਪਣਾ ਰਾਈਟ ਆਨਸਰ ਕੀ ਆ ਜਾਏਗਾ, A ਆਪਸ਼ਨ। ਠੀਕ ਹੈ ਜੀ, ਰੀਡਿੰਗ ਅਲਾਉਡ ਨਹੀਂ ਆਏਗਾ, ਗ੍ਰਾਮਰ ਲਈ ਨਹੀਂ ਆਏਗਾ, ਮੀਨਿੰਗ ਮੇਕਿੰਗ ਨਹੀਂ ਆਏਗਾ। ਸੋ A will be your right answer. ਕਲੀਅਰ ਹੈ ਰਾਜੇ ਸਾਰਿਆਂ ਨੂੰ? Is it clear to everyone? Yes, question number 3rd. क्वेश्चन 3rd की कह रहा है, अ टीचर इज आस्किंग स्टूडेंट्स टू राइट ਲੈਟਰਸ, ਠੀਕ ਹੈ ਜੀ, ਆਫ ਐਲਫਾਬੈਟ ਵਿਦ ਦ ਹੈਲਪ ਆਫ देयर ਫਿੰਗਰਸ। ਇਹਦੇ ਵਿੱਚ ਬੇਸਿਕਲੀ ਫਿੰਗਰਸ ਦੀ ਗੱਲ ਹੋ ਰਹੀ ਹੈ, ਹੱਥਾਂ ਦੇ ਨਾਲ, ਇਨ ਦ ਸੈਂਡ ਟ੍ਰੇ। ਦ ਆਬਜੈਕਟਿਵ ਆਫ ਦਿਸ ਐਕਟੀਵਿਟੀ ਇਜ਼ ਟੂ, ਲੈਟ ਅਸ ਸਪੋਜ਼ ਇੱਕ ਸੈਂਡ ਟ੍ਰੇ ਦਿੱਤੀ ਗਈ ਹੈ ਬੱਚੇ ਨੂੰ, ਠੀਕ ਹੈ ਜੀ, ਉਹਦੇ ਵਿੱਚ ਬਿਲਕੁਲ ਮਿੱਟੀ ਖਿਲਾਰੀ ਹੋਈ ਹੈ, ਉਹਦੇ ਨਾਲ ਉਹਨੂੰ ਕਿਹਾ ਗਿਆ ਕਿ ਹਾਂ ਆਪਾਂ ਮਿੱਟੀ ਵਿੱਚ ਨਹੀਂ ਆਪਾਂ ਬਣਾਉਂਦੇ ਸੀ, ਲਿਖੋ ਇਹ ਐਵੇਂ ਕਰਕੇ ਆਪਣਾ ਨਾਮ ਲਿਖਦੇ ਸੀ। ਜਿਹੜੇ ਗੋਆ ਘੁੰਮਣ ਗਏ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਹੈ ਨਾ, ਐਵੇਂ ਲਿਖਦੇ ਸੀ। ਸੋ ਬੇਸਿਕਲੀ ਕੋਈ ਐਵੇਂ ਦੀ ਐਕਟੀਵਿਟੀ ਦੇ ਨਾਲ ਬੱਚੇ ਨੂੰ ਉਹ ਕਹਿ ਰਹੇ ਨੇ ਕਿ ਆਪਣਾ ਨੇਮ ਲਿਖੋ। ਇੱਥੇ ਤਾਂ ਮੈਂ ਆਪਣਾ ਨੇਮ ਲਿਖਿਆ, ਸੋ ਤੁਸੀਂ ਆਪਣਾ ਲਿਖੋਗੇ। ਉਹਦੇ ਵਿੱਚ ਬੇਸਿਕਲੀ ਕੀ ਚੀਜ਼ ਹੋ ਰਹੀ ਹੈ, ਕਿਹੜੀ ਐਕਟੀਵਿਟੀ ਕਰਵਾ ਰਹੀ ਹੈ, ਪ੍ਰਮੋਟ ਦਾ ਪਲੇਫੁਲ ਐਟਮੋਸਫੇਅਰ ਇਨ ਦਾ ਕਲਾਸ, ਕਿ ਬੱਚਾ ਖੇਲ ਖੇਲ ਦੇ ਨਾਲ ਸਿੱਖੇਗਾ।
ਮੇਕ them ਅੰਡਰਸਟੈਂਡ ਦ ਡਿਫਰੈਂਸ ਬਿਟਵੀਨ ਦ ਕਲੀਨ ਐਂਡ ਦ ਡਰਟੀ ਹੈਂਡਸ, ਕਿ ਸਾਫ਼ ਹੱਥ ਤੇ ਗੰਦੇ ਹੱਥ 'ਚ ਕੀ ਫਰਕ ਹੁੰਦਾ ਹੈ, ਇਸ ਟੌਪਿਕ ਬਾਰੇ ਦੱਸ ਰਿਹਾ ਉਹ। ਸਟਰੈਂਥਨ ਦ ਫਾਈਨ ਮੋਟਰ ਸਕਿੱਲ, ਫਾਈਨ ਮੋਟਰ ਸਕਿੱਲ ਦੇ ਵਿੱਚ ਕੀ ਹੁੰਦਾ ਹੈ, ਬੱਚੇ ਆਪਣੇ ਛੋਟੇ ਛੋਟੇ ਫਾਈਨ ਮੋਟਰ ਸਕਿੱਲ ਉਂਗਲਾਂ ਦੀ ਮਦਦ ਨਾਲ, ਠੀਕ ਹੈ ਜੀ, ਪੈਰਾਂ ਦੀ ਉਂਗਲਾਂ ਦੀ ਮਦਦ ਦੇ ਨਾਲ, ਨਿੱਕੇ ਨਿੱਕੇ ਔਰਗਨਸ ਆਪਣੇ ਹੱਥਾਂ ਦੇ ਨਾਲ ਹੈਲਪ ਕਰਦਾ ਕਿਸੇ ਚੀਜ਼ ਨੂੰ ਕਰਨ ਦੇ ਲਈ। ਡਾਇਵਰਟ देयर ਅਟੈਂਸ਼ਨ ਫਰੋਮ ਦਾ ਹੋਮ ਸਿਕਨੈਸ, ਡਾਇਵਰਟ ਨਹੀਂ ਕਰਨਾ ਬੱਚੇ ਨੂੰ ਹੋਮ ਸਿਕਨੈਸ ਤੋਂ, ਬਿਲਕੁਲ ਗਲਤ ਹੈ ਡੀ ਆਪਸ਼ਨ। ਤੁਸੀਂ ਕਹੋਗੇ ਮੈਮ ਬੀ ਆਪਸ਼ਨ ਵੀ ਨਹੀਂ ਇੰਨੀ ਐਪਰੋਪ੍ਰੀਏਟ ਬੰਦੀ ਪਈ, ਇਹ ਆਪਸ਼ਨ ਥੋੜਾ ਸਹੀ ਹੈ ਪੜ੍ਹਾਉਣ ਦੇ ਲਾਇਕ, ਕਿਉਂਕਿ ਬੱਚੇ ਦਾ ਜਿਹੜਾ ਇਨਵਾਇਰਨਮੈਂਟ ਹੈ ਬੜਾ ਪਲੇਫੁਲ ਦਾ ਮਤਲਬ ਇਹ ਹੁੰਦਾ ਹੈ ਕਿ ਬੱਚਾ ਐਵੇਂ ਦੀ ਐਕਟੀਵਿਟੀ ਕਰਵਾਓ ਤੁਸੀਂ, ਬੱਚਾ ਬੜੀ ਖੁਸ਼ੀ ਖੁਸ਼ੀ ਸਿੱਖੇ, ਠੀਕ ਹੈ। ਹੈਂਡ ਔਨ ਐਕਟੀਵਿਟੀਜ਼ ਕਰ ਰਿਹਾ, ਇਹ ਆਪਸ਼ਨ ਵੀ ਸਹੀ ਹੈ, ਬਟ ਫਾਈਨ ਮੋਟਰ ਸਕਿੱਲ ਦੀ ਜ਼ਿਆਦਾ ਗੱਲ ਹੋਗੀ ਤਾਂ ਸੀ ਆਪਣਾ ਐਕੂਰੇਟ ਆਂਸਰ ਹੈ। ਕਿਉਂ? ਕਿਉਂਕਿ ਤੁਸੀਂ ਦੇਖਿਆ ਹੋਏਗਾ ਫਾਈਨ ਮੋਟਰ ਸਕਿੱਲਸ ਦੇ ਨਾਲ ਬੱਚਾ ਕੀ ਐਕਟਿਵਲੀ ਪਰਫਾਰਮ ਕਰਦਾ ਹੈ। ਛੋਟੇ ਹੁੰਦੇ ਵੀ ਕੀ ਕਿਹਾ ਜਾਂਦਾ ਸੀ, ਪੇਰੈਂਟਸ ਬੱਚੇ ਨੂੰ ਕੀ ਕਹਿੰਦੇ ਸੀ, ਜਿੰਨੀ ਦੇਰ ਬੱਚਾ ਆਪ ਨਹੀਂ ਹੱਥ ਨਾਲ ਖਾਣਾ ਖਾਂਦਾ ਨਾ, ਭਾਵੇਂ ਠੀਕ ਹੈ ਸੱਟਦਾ ਏ, ਡੋਲਦਾ ਏ, ਗੰਦ ਪਾਉਂਦਾ ਏ, ਆਪਣੇ ਕੱਪੜੇ ਗੰਦੇ ਕਰਦਾ, ਉਹਨੂੰ ਕਰਨ ਦੋ, ਬਟ ਕੀ ਹੈ ਐਟਲੀਸਟ ਉਹ ਆਪਦੇ ਜਿਹੜੀਆਂ ਸਕਿੱਲਸ ਨੇ, ਮੋਟਰ ਸਕਿੱਲਸ, ਫਾਈਨ ਮੋਟਰ ਸਕਿੱਲਸ ਨੇ, ਉਹਨਾਂ ਨੂੰ ਡਿਵੈਲਪ ਕਰਦਾ ਹੈ। ਸੋ ਦੈਟਸ ਵਾਈ ਆਪਣਾ ਰਾਈਟ ਆਂਸਰ ਕੀ ਆ ਜਾਏਗਾ, ਸੀ। आई होप कि ये क्वेश्चन क्लियर होएगा। नाउ मूव टुवर्ड क्वेश्चन नंबर 4th। yes, in teaching language role play, puzzles, riddles, quizzes are known as a, ਇਹਨੂੰ ਆਪਾਂ ਮੈਥਡ ਦੀ ਤਰ੍ਹਾਂ ਯੂਜ਼ ਕਰਦੇ ਆ, ਅਪਰੋਚ ਦੀ ਤਰ੍ਹਾਂ, ਜਾਂ ਫਿਰ ਟੀਚਿੰਗ ਟੈਕਨੀਕਸ ਹੁੰਦੀਆਂ ਨੇ, ਜਾਂ ਪਲੈਨਿੰਗ। yes, A B C D, which one is your correct answer? आंसर करो राजे जल्दी जल्दी, A B C ते D। बिल्कुल सही है, जिन्होंने भी सी ऑप्शन लगाई है, टीचिंग टेक्निक्स ने। आप ही कहने बच्चे को रोल प्ले करके कोई एक्टिविटी करवाओ, बच्चे के सामने आप पजल्स रख देने कि बच्चा थोड़ा एक्टिवली परफॉर्म करे, दिमाग से थोड़ा जोर पा के सोचे, रीडल्स क्रिएट करवा देने, क्विज करवाने बच्चे दी सारी बेसिकली कॉग्निटिव डिवेलपमेंट ज़्यादा होंगी है, ठीक है। सो ये टीचिंग टेक्निक्स के कंसिडर होंगे, सो सी विल बी योर राइट आंसर। यस, क्वेश्चन नंबर 5, व्हाट डज द स्कैनिंग रेफर्स टू इन द रीडिंग। कल की क्लास दे विच भी आपां स्कैनिंग ते स्किमिंग दे बारे पढ़िया सी। चलो दसो, रीडिंग फॉर अ स्पेसिफिक इंफॉर्मेशन, रीडिंग फॉर द गिस्ट ऑफ द टेक्स्ट, या फिर फास्ट रीडिंग फॉर अदर्स, स्लो रीडिंग फॉर वन सेल्फ। आई थिंक इन्हां दोनों च तो तुसीं डायरैक्ट ही पता कि मैम ये ऑप्शन तो निगलैक्ट ही ने, हुण इन्हां च तो तुसीं 50-50 लगा रहे होवोगे। चलो दसो राजे की आंसर आएगा। इस तो ही मैं याद करवाया सी, स्कैनिंग का मतलब तुसी किस चीज़ नूं की कर रहे हो, स्पैसिफिक इंफॉर्मेशन उहदे चों गेन कर रहे हो। सो उनके अकॉर्डिंग राइट आंसर आपने की है ए ऑप्शन। इज इट क्लीयर टू एवरीवन? यस, क्लीयर है राजे सारिਆਂ ਨੂੰ? कोई डाउट? आई होप कि तुहानूं डाउट नहीं होएगा। सो राजे एक छोटी जी इंफॉर्मेशन तुहाडे नाल शेयर करदे हां, जिन्हां ने अज अपना लैक्चर फर्स्ट टाइम सुनिया राजे। 18 अगस्त तो अपना PS टेट का नवा बैच स्टार्ट होया होया, ठीक है जी, कुछ ही दिन होए ने उन्होंने स्टार्ट होए ने। सो जिन्ना बच्चों ने इस बैच में ज्वाइन करना है, चाहे वो ऑनलाइन है चाहे ऑफलाइन है, तो तुम इनरोल करवा सकते हो दिते हुए नंबर पर, ठीक है जी। सो तुम इत्थे पूछ सकते हो कोई भी किसी भी तरह की जेकर तुहाडी क्वेरी है तो। यस, हाँ जी, देखियो की कह रहे हैं, एट प्राइमरी लैवल अ टीचर जनरली मोटिवेट्स अ लर्नर्स फॉर द ड्राइंग। बच्चे ਨੂੰ ਆਪਾਂ ਮੋਟੀਵੇਟ ਕਰ ਰਹੇ ਹਾਂ, ਛੋਟੇ ਬੱਚਿਆਂ ਨੂੰ। ਜੇਕਰ ਤੁਸੀਂ ਦੇਖੋਗੇ ETT ਵਾਲੇ ਬੱਚੇ ਜਿਹੜੇ ਹੋਣਗੇ ਟੀਚਰ, ਸੌਰੀ, ਉਹ ਛੋਟੇ ਬੱਚਿਆਂ ਨੂੰ ਪੜਾਉਣਗੇ, ਤਾਂ ਉਹਦੇ 'ਚ ਕਹਿ ਰਹੇ ਉਹਨਾਂ ਨੂੰ, ਜੇਕਰ ਤੁਸੀਂ ਡਰਾਇੰਗ ਕਰਨ ਨੂੰ ਕਹਿ ਰਹੇ ਹੋ ਤਾਂ ਟੀਚਰ ਕੀ ਡਿਵੈਲਪ ਕਰਨਾ ਚਾਹ ਰਿਹਾ ਉਹਨਾਂ 'ਚ। ਚਿਲਡਰਨ ਲਵ ਡਰਾਇੰਗ, ਬੱਚਿਆਂ ਨੂੰ ਡਰਾਇੰਗ ਕਰਨਾ ਪਸੰਦ ਹੈ। ਇਟ ਡਿਵੈਲਪਸ ਦ ਗ੍ਰੋਸ ਮੋਟਰ ਸਕਿੱਲ, ਓਕੇ ਜੀ। ਇਟ ਵਿਲ ਹੈਲਪ them ਟੂ ਬੀ ਐਨ ਆਰਟਿਸਟ ਬਣਨ ਲਈ ਮਦਦ ਕਰਦਾ ਹੈ। ਇਟ ਸਟਰੈਂਥਨ देयर ग्रिप एंड द कंट्रोल ऑन पेंसिल्स। हुण तुसीं खुद देख पा रहे हो कि मैम असीं किहड़े जगह ते फोकस करना है। बच्चे नूं ड्राइंग करना पसंद है, ऑप्शन माड़ी नहीं है, बट नहीं एप्रोप्रिएट अकॉर्डिंग टू दिस। आर्टिस्ट जेकर बच्चा बन रहा कल नूं इहदे चों अर्निंग कर रहा अपनी स्किल्स तो ये ऑप्शन माड़ी नहीं है, बट इस क्वेश्चन के अकॉर्डिंग इन्नी एप्रोप्रिएट नहीं है। इट डिवेलप ग्रोस मोटर स्किल, ठीक है जी, आ भी ऑप्शन सही लगती पई है मैम मैनूं। ते इट स्ट्रैंथन, स्ट्रैंथन जिहड़ा वर्ड है ना बड़ा पॉजिटिव वर्ड है, ठीक है। बच्चे दे विच किसी चीज़ के प्रति कोई कमांड वध रही है, ठीक है। सो ग्रिप, ग्रिप का मतलब होंगे कि पेंसिल नूं, आ देखो आ लेट सपोज मेरे को एक पेन है, ग्रिप का मतलब मैं इनू किवें पकड़ पा रही हाँ, ठीक है, इनू किवें चला पा रही हाँ, कंट्रोल करना सीख रही हाँ रिगार्डिंग पेंसिल की ग्रिप, ठीक है जी। सो उन दे अकॉर्डिंग जिन्नी देर बच्चे नूं ग्रिप, आप शुरू च देखिया होएगा कुछ ना एवें पेन नूं यूज़ करते हैं,
ਐਵੇਂ ਕਰਕੇ ਵੀ ਦੇਖਿਆ, ਮੇਰੇ ਟੀਚਰ ਹੁੰਦੇ ਸੀ ਇੱਕ, ਉਹ ਐਵੇਂ ਕਰਕੇ ਲਿਖਦੇ ਹੁੰਦੇ ਸੀ ਕੁਝ ਵੀ ਲਿਖਣਾ ਹੋਏ, ਹਾਲਾਂਕਿ ਲਿਖਿਆ ਜਾਂਦਾ ਨੋ ਡਾਊਟ, ਆਪਾਂ ਤਾਂ ਨੋਰਮਲ ਐਵੇਂ ਲਿਖਦੇ ਹੀ ਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬੱਚੇ ਦੇ ਪਹਿਲਾਂ ਸਟਾਰਟਿੰਗ ਦੇ ਵਿੱਚ ਪੈਨਸਿਲ ਨੂੰ ਪਕੜਨ ਦੀ ਗ੍ਰਿਪ ਬਣਵਾਉਣੀ ਹੈ, ਠੀਕ ਹੈ ਜੀ। ਸੋ ਇਹਦੇ ਅਕੋਰਡਿੰਗ ਰਾਈਟ ਆਂਸਰ ਆਪਣਾ ਡੀ ਆਪਸ਼ਨ ਬਣੇਗਾ ਰਾਜੇ, ਠੀਕ ਹੈ ਜੀ। ਸੋ ਇਜ਼ ਇਟ ਕਲੀਅਰ? ਜੇ ਤੇ ਫਾਈਨ ਮੋਟਰ ਸਕਿੱਲ ਹੁੰਦਾ ਫਿਰ ਆਪਣਾ ਰਾਈਟ ਆਂਸਰ ਹੋਣਾ ਸੀ, ਕਿਉਂ? ਫਾਈਨ ਮੋਟਰ ਸਕਿੱਲ ਦੇ ਵਿੱਚ ਆਪਾਂ ਕਿੰਦੀ ਗੱਲ ਕੀਤੀ ਸੀ, ਫਿੰਗਰਸ ਵਰਕ ਕਰਨਗੀਆਂ, ਠੀਕ ਹੈ ਜੀ। ਇਜ਼ ਇਟ ਕਲੀਅਰ ਟੂ एवरीवन? ਯੈਸ, ਇਜ਼ ਇਟ ਕਲੀਅਰ? क्वेश्चन नंबर 6 ਤੋਂ ਬਾਅਦ ਆਪਾਂ ਮੂਵ ਕਰਦੇ ਹਾਂ क्वेश्चन ਨੰਬਰ 7। ਯੈਸ, ਅਸਰਸ਼ਨ ਰੀਜ਼ਨ ਤੁਸੀਂ ਦੇਖਿਆ ਹੋਏਗਾ ਅੱਜ ਦੇ ਟਾਈਮ 'ਚ ਭਾਵੇਂ ਸੀ ਟੈਟ ਹੈ, ਐਚ ਟੈਟ ਹੈ, ਪੀਐਸ ਟੈਟ ਹੈ, ਅਸਰਸ਼ਨ ਰੀਜ਼ਨ ਦੇ ਬੇਸਿਸ ਤੇ ਕੁਐਸਚਨ ਬਹੁਤ ਬਣ ਰਹੇ ਨੇ। ਸੋ ਧਿਆਨ ਨਾਲ ਦੇਖਣਾ, ਅਸਰਸ਼ਨ ਕੀ ਕਹਿ ਰਿਹਾ ਹੈ? अर्ली लिटरेसी is what children know about reading and writing before they read or write। मतलब ਸ਼ੁਰੂ ਦੇ ਟਾਈਮ ਤੋਂ ਜਦੋਂ ਬੱਚਾ ਕਲਾਸ ਦੇ ਵਿੱਚ ਇੰਗਲਿਸ਼ ਨੂੰ ਜਾਂ ਕਿਸੇ ਵੀ ਭਾਸ਼ਾ ਨੂੰ ਪੜ੍ਹਨਾ ਸਿੱਖਦਾ ਹੈ ਜਾਂ ਲਿਖਣਾ ਸਿੱਖਦਾ, ਉਸ ਤੋਂ ਪਹਿਲਾਂ ਹੀ ਕੁਝ ਚੀਜ਼ਾਂ ਨੂੰ ਉਹ ਸਿੱਖ ਪਾ ਰਿਹਾ ਹੁੰਦਾ ਹੈ। ਕੀ ਇਹ ਗੱਲ ਸਹੀ ਹੈ? ਠੀਕ ਹੈ ਜੀ, ਅਸਰਸ਼ਨ ਤਾਂ ਬਿਲਕੁਲ ਠੀਕ ਲੱਗ ਰਿਹਾ ਹੈ। ਰੀਜ਼ਨ, अर्ली लिटरेसी starts when a child learns to read and write at the school। ਧਿਆਨ ਨਾਲ ਦੇਖ ਲਓ, ਉਹ ਕੀ ਕਹਿ ਰਹੇ ਨੇ, अर्ली लिटरेसी ਉਦੋਂ ਹੋਏਗੀ ਜਦੋਂ ਚਾਈਲਡ ਕੀ ਲਰਨਸ ਕਰੇਗਾ, ਰੀਡ ਐਂਡ ਰਾਈਟ ਕੁਝ ਵੀ ਸਿੱਖੇਗਾ ਸਕੂਲ ਡਿਊਰਿੰਗ अर्ली ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਸੋ ਉਹਦੇ ਅਕੋਰਡਿੰਗ ਰੀਜ਼ਨ ਨਹੀਂ ਹੈ ਵੈਲਿਡ ਬੰਦਾ ਪਿਆ। ਅਸਰਸ਼ਨ ਬਿਲਕੁਲ ਠੀਕ ਹੈ ਕਿ ਉਹ ਪਹਿਲਾਂ ਤੋਂ ਚੀਜ਼ਾਂ ਨੂੰ ਸਿੱਖ ਪਾ ਰਿਹਾ ਹੋਏਗਾ, ਬਟ ਰੀਜ਼ਨ ਨਹੀਂ ਇਹਨੂੰ ਸੈਟੀਸਫਾਈ ਕਰ ਰਿਹਾ, ਜਾਂ ਰੀਜ਼ਨ ਗਲਤ ਹੈ, ਸੋਰੀ। ਉਹਦੇ ਅਕੋਰਡਿੰਗ ਦੇਖੋ, both A and R मतलब are true। correct explanation of A है रीजन। सेकंड जो कह रहा है जो रीजन है उन्होंने correct explain नहीं कर रहा, बट वो कह रहे हैं A true है, R false है। सो उनके अकॉर्डिंग अपना राइट आंसर C ऑप्शन बनेगा। एक बार चेक करके दसो कि सारे क्लीयर है, ਇਹਦੇ ਚ ਕਿਸੇ ਨੂੰ ਡਾਊਟ ਤਾਂ ਨਹੀਂ, ਕਿਉਂਕਿ ਅਸਰਸ਼ਨ ਰੀਜ਼ਨ ਦੇ ਕੁਐਸਚਨ ਨੂੰ ਤੁਸੀਂ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਯੈਸ, ਆਨਸਰ ਕਰੋ ਰਾਜੇ। ਜ਼ਰੂਰੀ ਹੈ ਕਿ ਉਹਨੂੰ ਇੱਕ ਚਾਈਲਡਹੁੱਡ ਕੇਅਰ ਜਾਂ ਐਜੂਕੇਸ਼ਨ ਸੈਂਟਰ ਤੋਂ ਹੀ ਕੁਝ ਚੀਜ਼ਾਂ ਸਿੱਖੇ? ਫੈਮਿਲੀ ਤੋਂ ਵੀ ਤਾਂ ਸਿੱਖ ਸਕਦਾ ਹੈ ਨਾ, ਫੈਮਿਲੀ ਤੋਂ ਹੀ ਸਿੱਖੇਗਾ ਕੁਝ ਚੀਜ਼ਾਂ। ਬੱਚਾ ਫੈਮਿਲੀ ਤੋਂ ਸਿੱਖੇਗਾ, ਆਪਣੇ এনवायरमेंट ਤੋਂ ਸਿੱਖੇਗਾ, ਆਪਣੇ ਸਰਾਊਂਡਿੰਗ ਤੋਂ ਸਿੱਖੇਗਾ, ਆਪਣੇ ਨੇਬਰਹੁੱਡ ਤੋਂ ਸਿੱਖੇਗਾ। इज इट क्लियर? सो यस, क्वेश्चन नंबर 8, फॉर टीचिंग चिल्ड्रन ऑफ अ क्लास 1 वी शुड फोकस ऑन अ ओरल लैंग्वेज। किंदे ते आपां फोकस करना है? ओरल लैंग्वेज क्लास फर्स्ट ਲਈ। development, which of the following classroom practice will enable learners to enhance oral language skill at a class 1। ਕਿਵੇਂ ਤੁਸੀਂ ਉਹਦੀ ਲੈਂਗੁਏਜ ਸਕਿੱਲ ਨੂੰ ਇਨਹੈਂਸ ਕਰ ਸਕਦੇ ਹੋ? ਰੋਲ ਪਲੇ ਕਰਕੇ, ਗ੍ਰਾਮਰ ਗੇਮਸ ਨਾਲ, ਸਿੰਗਿੰਗ ਰਾਈਮਸ ਨਾਲ, ਜਾਂ ਲਰਨਿੰਗ ਐਲਫਾਬੈਟਸ। ਦੱਸੋ ਰਾਜੇ, A B C D which one is your correct answer? ਹਾਂਜੀ, A B C D ऑलरेडी मैं दस चुकी है, रोल प्ले बेस्ट मैथड है। ग्रामर गेम्स नहीं करवानिया, सिंगिंग राइम्स ठीक है बच्चा सीख सकता, बट उन्ना नहीं, रोल प्ले नाल ज़्यादा एक्टिवली परफॉर्म करता है, एक्टिवली परफॉर्म, एक्टिव परफॉर्म तुसी लिख सकते हो, ठीक है जी। सो दैट्स वाई अपना राइट आंसर की बनेगा ए ऑप्शन। यस, 9th, विच वन ऑफ द फॉलोइंग इज नॉट the characteristic of remedial teaching? it can be used। नोट लिखिया राजे, ध्यान नाल देखिया जे। रेमीडियल टीचिंग का मतलब ਹੁੰਦਾ ਹੈ ਕਿ ਤੁਸੀਂ ਐਨਾਲਾਈਜ਼ ਕਰੋ ਕਿ ਬੱਚਾ ਕਿੱਥੋਂ ਗਲਤ ਕਰਕੇ ਉਹਨੂੰ ਸੁਧਾਰੋ। ਉਹ ਕਹ ਰਹੇ ਇਟ ਕੈਨ ਬੀ ਯੂਜ਼ਡ ਫॉर ਇੰਪਰੂਵਿੰਗ ਲੈਂਗੁਏਜ ਸਕਿੱਲ। ਇਹ ਤਾਂ ਸਹੀ ਹੈ, ਬਟ ਉਹਨਾਂ ਨੇ ਨੋਟ ਪੁੱਛਿਆ ਸੀ ਇਟ ਕੈਨ ਬੀ ਯੂਜ਼ਡ ਟੂ ਰੈਕਟੀਫਾਈ ਅ ਪਾਰਟਿਕੂਲਰ ਪ੍ਰੋਬਲਮ। ਡੈਫੀਨਿਟਲੀ ਆਪਾਂ ਫਾਈਂਡ ਆਊਟ ਕਰਨੀ ਹੈ ਕਿ ਬੱਚੇ ਨੂੰ ਪ੍ਰੋਬਲਮ ਕਿੱਥੋਂ ਆ ਰਹੀ ਹੈ। To be carried out after the identification of problems and challenging faced by students। okay जी, to evaluate student learning at the standard and benchmark। आ नहीं होएगा, ऑप्शन गलत है। सो दैट्स वाई उन्होंने नोट पूछा से, नोट के अकॉर्डिंग अपना राइट आंसर की बन जाएगा डी। ਹੁਣ ਦੇਖੋ ਇਹਨਾਂ ਤਿੰਨਾਂ ਆਪਸ਼ਨ ਦੇ ਵਿੱਚ ਕੀ ਹੈ, ਬੱਚੇ ਦੇ ਜਿਹੜੀ ਪ੍ਰੋਬਲਮਸ ਆ ਰਹੀਆਂ ਨੇ ਉਹਨੂੰ ਤੁਸੀਂ ਫਾਈਂਡ ਆਊਟ ਕਰਕੇ ਉਹਨੂੰ ਸੋਲਵ ਕਰ ਰਹੇ ਹੋ, ਇਹਦੀ ਗੱਲ ਕੀਤੀ ਗਈ ਹੈ, ਠੀਕ ਹੈ ਜੀ। ਪ੍ਰੋਬਲਮਸ ਐਂਡ ਚੈਲੰਜ ਫੇਸ ਬਾय ਦ ਸਟੂਡੈਂਟਸ, ਸੋ ਉਹਨੂੰ ਠੀਕ ਕਰਨਾ, ਉਹਨੂੰ ਕਰੈਕਟ ਕਰਨਾ, ਬਟ ਡੀ ਆਪਸ਼ਨ ਟੋਟਲੀ ਆਪੋਜ਼ਿਟ ਕਹੀ ਸੀ। ਸੋ दैट्स वाई ਆਪਣਾ ਰਾਈਟ ਆਨਸਰ ਕੀ ਆ ਜਾਏਗਾ, ਡੀ ਆਪਸ਼ਨ। ਯੈਸ, ਇਜ਼ ਇਟ ਕਲੀਅਰ ਟੂ एवरीवन? ਹਾਂਜੀ ਕਲੀਅਰ ਹੈ ਜੀ ਰਾਜੇ ਸਾਰਿਆਂ ਨੂੰ? ਚਲੋ ਹਾਂਜੀ, while asking the learners to read the text silently।
द टीचर शुड साइलेंट रीडिंग वधिया हुंदी है, साइलेंट रीडिंग वधिया हुंदी है या लाउड रीडिंग? एंड द आंसर तुसी मैनू कमेंट बॉक्स में दसना है। लाउड, लाउड रीडिंग, लाउड रीडिंग, ठीक है जी। साइलेंट रीडिंग बेस्ट हुंदी है या लाउड रीडिंग? एंड द आंसर तुसी कमेंट बॉक्स च मैनू कमेंट करके दसना है आफ्टर क्लास। सो यस, while asking the learners to read the text silently, the teacher should set a time limit, उन्होंने एक टाइम लिमिट नाल सेट करे, correct their written task, okay जी, ask them to consult a dictionary for the understand difficult words, okay, ask the learner to write the summary, दसो which one is your correct answer? While asking the learners to read the text silently, the teacher should यस 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 आंसर करो, साਰਿਆਂ ਨੂੰ ਸਮਝ ਲੱਗ ਗਿਆ ਜੀ। डायरैक्ट साफ गल की गई है कि बच्चे ਨੂੰ टाइम लिमिट थोड़ी ना देंगे, जेकर बच्चे ने कुछ रीड आउट करना है जो समझना है, टाइम लिमिट नहीं देंगे। कलैक्ट देयर रिटन टास्क, नहीं जी। आस्क दैम टू कंसल्ट डिक्शनरी फॉर अंडरस्टैंडिंग द डिफिकल्ट वर्ड। तुसीं छोटे होंदे देखिया होएगा कईयां च ना बड़ा क्रेज जिहा ਚੱਲਿਆ ਸੀ कि इस डिक्शनरी ਨੂੰ यूज करना है, ਅਸੀਂ फॉलो करना है। ਉਹਦੇ ਨਾਲ ਕੀ ਹੁੰਦਾ ਸੀ, ਜਦੋਂ ਕੋਈ ਵੀ ਬੁੱਕ ਰੀਡਿੰਗ ਕੀਤੀ ਜਾਂਦੀ ਸੀ, ਬੁੱਕ ਰੀਡਿੰਗ ਦੇ ਨਾਲ ਨਾ ਤੁਹਾਨੂੰ ਡਿਫਿਕਲਟ ਵਰਡ ਲੱਗਦਾ ਸੀ, ਤੁਸੀਂ ਉਹਨੂੰ ਹਾਈਲਾਈਟ ਕਰਕੇ ਅੰਡਰਲਾਈਨ ਕਰਕੇ ਕੀ ਕਰਦੇ ਸੀ, ਡਿਕਸ਼ਨਰੀ ਚ ਲੱਭਦੇ ਸੀ। ਬਟ ਅੱਜ ਦੇ ਟਾਈਮ 'ਚ ਕੀ ਹੁੰਦਾ, ਤੁਸੀਂ ਮਿੰਟ 'ਚ ਗੂਗਲ 'ਚ ਜਾ ਕੇ ਸਰਚ ਕਰ ਲੈਂਦੇ ਹੋ। ਗੱਲ ਉਹੀ ਹੈ, ਤੁਸੀਂ ਕੁਛ ਚੀਜ਼ ਨੂੰ ਸਿੱਖ ਪਾ ਰਹੇ ਹੋ, ਅੰਡਰਸਟੈਂਡ ਕਰ ਰਹੇ ਹੋ ਡਿਫਿਕਲਟ ਵਰਡਸ ਨੂੰ, ਠੀਕ ਹੈ ਜੀ। ਰਾਈਟ ਦਾ ਸਮਰੀ ਨਹੀਂ ਆਏਗਾ, ਸੋ ਰਾਈਟ ਆਪਣਾ ਆਪਸ਼ਨ ਕੀ ਬਣਦਾ ਪਿਆ, ਸੀ। ਹਾਂਜੀ, ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਰਾਜੇ। ਟੈਟ ਬਜ਼ਰ ਦੇ ऑफिशियल बेसिकली यूट्यूब चैनल ਤੇ ਵੀ ਤੁਸੀਂ ਕਹਿ ਰਹੇ ਹੋ, ਐਪ ਦੇ ਵਿੱਚ ਵੀ ਕਹਿ ਸਕਦੇ ਆ, ਜਾਂ ਆਫਲਾਈਨ ਵੀ ਜਿੰਨਾ ਬੱਚਿਆਂ ਨੇ ਬੈਚ ਨੂੰ ਪਰਚੇਸ ਕਰਨਾ ਹੈ ਤਾਂ ਆਪਣੇ ਕੋਲ ਪੀਐਸਟੈਟ ਈਡੀਟੀ ਕੈਡਰ ਐਨਟੀਟੀ ਜੌਬਸ ਤੇ ਈਵਨ ਕਿ ਚੰਡੀਗੜ੍ਹ ਜੇਬੀਟੀ ਦਾ ਵੀ ਐਗਜ਼ਾਮ ਹੈ ਤਾਂ ਉਹਦੇ ਵੀ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ। ਮਾਸਟਰ ਕੈਡਰ ਚ ਕੋਈ ਵੀ ਸਬਜੈਕਟ, ਲੈਕਚਰਰ ਕੈਡਰ, ਪੰਜਾਬ ਪੁਲਿਸ, PSSB, ਪੰਜਾਬ ਪਟਵਾਰੀ, ਜੇਕਰ ਕੋਈ ਵੀ ਸਬਜੈਕਟ ਕੋਈ ਵੀ ਬੈਚ ਤੁਸੀਂ ਲੈਣ ਚ ਵਿਲਿੰਗ ਹੋ ਤਾਂ ਰਾਜੇ ਤੁਸੀਂ ਇਹਨਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। जेकर ऑफलाइन विजिट करना है तो अजीत रोड स्ट्रीट नंबर 11 बठिंडा आके विजिट कर सकते हो, ठीक है जी। छोटी जी इंफॉर्मेशन डेली शेयर करनी जरूरी होंगी है क्योंकि ਜਿਹੜੇ नवे बच्चे जुड़ते हैं ਸਾਡੇ ਨਾਲ ਉਹਨਾਂ ਨੂੰ अपडेट देना पैंदा है। यस अगेन पीएसटेट ਦਾ बैच ਜਿਹੜਾ ਨਵਾਂ ਹੈ ਰਾਜੇ 18 ਅਗਸਤ 2025 ਨੂੰ ਸਟਾਰਟ ਹੋਇਆ। ਇਹ ਰੀਸੈਂਟਲੀ ਨਿਊ ਵਾਲਾ बैच है। ਜੇਕਰ ज्वाइन करना चाहते हो तो ਤੁਸੀਂ ਇਹਦੇ ਤੇ ਮੈਸੇਜ ਕਰ ਸਕਦੇ ਹੋ, ਡ੍ਰੌਪ ਕਰ ਸਕਦੇ ਹੋ ਮੈਸੇਜ ਕਿ ਯੂ ਆਰ ਵਿਲਿੰਗ ਟੂ ਬਾय अ बैच, ओके जी। Yes, question number 11 की कह रहे हैं the selection of language items should involve the principal. I repeat, the selection of language items should involve the principal. ਕਿਹੜੇ principal ਨੂੰ follow ਕਰਦਾ ਹੈ? Ample worksheet for practice. Ample ਕੀ ਹੁੰਦਾ ਹੈ? Ample ਦਾ ਮਤਲਬ ਦੱਸੋ। ਆਪਾਂ ਕਹਿੰਦੇ ample space, ਖਾਲੀ। worksheet for practice, ਖਾਲੀ sheets ਦੇਣੀਆਂ ਨੇ। everybody vocabulary and sentence, learnability, coverage and the teachability, a focus on a grammar structure. Yes, A, B, C, D. Answer karo Raje. Which one is your correct answer? Selection of language items should involve the principal on the base of learnability, coverage or a teachability. C appropriate option बनेगा। एक खाली worksheet practice ਲਈ नहीं देनी, ਵੋਕੈਬਲਰੀ ਤੇ ਸੈਂਟੈਂਸ ਨਹੀਂ ਦੇਣੇ ਬੱਚਿਆਂ ਨੂੰ, ਫੋਕਸ ਹੋਣਾ ਗ੍ਰਾਮਰ ਸਟਰਕਚਰ ਤੇ ਸਿਰਫ ਫੋਕਸ ਨਹੀਂ ਕਰਨਾ, ਹਰ ਇੱਕ ਪਰਸਪੈਕਟਿਵ ਤੇ ਫੋਕਸ ਕਰਨਾ ਹੈ। ਸੋ ਸੀ ਐਪਰੋਪ੍ਰੀਏਟ ਆਪਸ਼ਨ ਬਣੇਗਾ ਅਕੋਰਡਿੰਗ ਟੂ ਵੇਟੇਜ। ਇਸ ਕੁਐਸਚਨ ਨੂੰ ਤੁਸੀਂ ਵੀ ਸੋਲਵ ਕਰ ਸਕਦੇ ਸੀ। ਹਾਂਜੀ, ਨਾਓ ਮੂਵ ਟੁਵਰਡ ਕੁਐਸਚਨ ਨੰਬਰ 12। ਵਿਚ ਆਫ ਦ ਫੋਲੋਇੰਗ ਇਜ਼ ਅ ਕੀ ਪ੍ਰਿੰਸੀਪਲ ਆਫ ਐਕਸਪਲਿਸਿਟ ਇੰਸਟਰਕਸ਼ਨ ਇਨ ਅ ਗ੍ਰਾਮਰ ਟੀਚਿੰਗ। ਐਕਸਪਲਿਸਿਟ ਇੰਸਟਰਕਸ਼ਨ, ध्यान नाल देखियो, एक्सप्ली लिखा है। चलो फोकस करिया जी इस क्वेश्चन ते। स्टूडेंट्स
स्टूडेंट्स लर्न ग्रामर रूल्स बाय द मेमोराइजिंग। मेमोराइजिंग की एक गल पॉजिटिव है, मेमोराइजिंग मतलब रट्टाफिकेशन, क्रैम करना, क्रैमिंग करनी। सो आई थिंक मेरे अकॉर्डिंग तो ये ऑप्शन निगलैक्ट है। ਹੁਣ देखो सिर्फ मैं सिर्फ इक्को वर्ड ਨੂੰ ਪਕੜਿਆ, ਇੱਕ वर्ड तो क्वेश्चन ਦੀ समझ आ गई ਮੈਨੂੰ ਲਾਈਨ ਦੀ। ਟੀਚਰਸ ਐਕਸਪਲਿਸਿਟਲੀ ਐਕਸਪਲੇਨ ਦਾ ਗ੍ਰਾਮਰ ਰੂਲਸ ਬਿਫੋਰ ਸਟੂਡੈਂਟ ਪ੍ਰੈਕਟਿਸ them। ਹੁਣ ਇੱਕ ਚੀਜ਼ ਦੇਖੋ, ਆਪਾਂ ਜਾਂ ਤਾਂ ਫੋਲੋ ਕਰਦੇ ਆ ਐਗਜ਼ਾਮਪਲ ਟੂ ਰੂਲ, ਐਗਜ਼ਾਮਪਲ ਟੂ ਰੂਲ। ਸੈਕਿੰਡ ਆਪਸ਼ਨ ਦੇ ਵਿੱਚ ਵੀ ਕੀ ਕਿਹਾ ਗਿਆ ਕਿ ਟੀਚਰ ਐਕਸਪਲੇਨ ਕਰੇਗਾ ਗ੍ਰਾਮਰ ਰੂਲਸ ਬਿਫੋਰ ਸਟਾਰਟ ਪ੍ਰੈਕਟਿਸ them। ਹੁਣ ਇਹਦੇ ਚ ਰੂਲ ਦੱਸ ਕੇ ਇਹਨਾਂ ਨੇ ਕੀ ਕੀਤਾ ਹੈ, एग्जाम्पल। सो दसो, एक अप्रोच होंगी है इंडक्टिव, एक होंगी है डिडक्टिव। सो विच वन इज राइट फॉर अ स्टूडेंट, या विच वन इज एप्रोप्रिएट फॉर अ स्टूडेंट? सी ऑप्शन की कह रहे ग्रामर इंस्ट्रक्शन इज अवॉइडेड इन दिस अप्रोच। ग्रामर जी इंस्ट्रक्शन अवॉइडेड हो जाएगा, नहीं जी। देन वो कह रहे हैं स्टूडेंट्स आर एक्सपैक्टेड टू डिस्कवर द रूल्स ऑन देयर ओन। अपने आप ग्रामर दे रूल बच्चा किवें बना लेगा राजे, अपने आप ग्रामर दे रूल नहीं बनाने। ठीक है जी, तीन ऑप्शन तो निगलैक्ट ही हो गया सीधियां। सो राइट अकॉर्डिंग टू क्वेश्चन की कह रहे हैं टीचर्स एक्सप्लिसिटली एक्सप्लेन द ग्रामर रूल्स बिफोर स्टूडेंट्स प्रैक्टिस दैम। ठीक है जी, क्लीयर है जी। बट एंड अकॉर्डिंग जेकर मैं गल करा एग्जाम्पल टू रूल मैथड किहड़ा हुंदा राजे, इंडक्टिव मैथड हुंदा है, जिहड़ा कि वधिया है कि पहला बच्चे ने एग्जाम्पल देनी है फिर रूल वाल जाना है। इस मैथड नूं की कह दिंदे ने डिडक्टिव। याद रखिया जी, ये दोनों क्वेश्चन पूछे जाते हैं। अकॉर्डिंग टू दिस क्वेश्चन अपना राइट आंसर की बनता पे बी ऑप्शन, बी बिल्कुल ठीक है। यस, नाउ मूव टुवर्ड क्वेश्चन नंबर 13। समझ आ रहा है राजे सारियां नूं? What is the inductive grammar teaching? लो जी, इनका तो आंसर ही मैं दस दिता। Teaching grammar rules explicitly before practice. Teaching grammar by having a student discover rules, दो example. Avoiding grammar instruction completely. Teaching grammar through the memorizing drills. ये तो डायरेक्ट तुसी कर दो। हुन 50-50 ऑप्शन बचदी है राजे, आंसर कर दो। यस, 50-50 ऑप्शन है। ए ऑप्शन आएगी या बी ऑप्शन? जिन्ना बच्चों ਨੂੰ ਇੱਥੇ ਇੱਕ ਡਾਊਟ ਸੀ ਕਿ ਐਕਸਪਲਿਸਿਟ ਮੈਮ ਦੱਸ ਦਿਓ ਇਨਸਟਰਕਸ਼ਨਸ ਬੇਸਿਕਲੀ ਕੀ ਹੁੰਦੀਆਂ ਨੇ ਰਾਜੇ। ਐਕਸਪਲਿਸਿਟ ਇਨਫੋਰਮੇਸ਼ਨ ਜਾਂ ਇਨਸਟਰਕਸ਼ਨਸ ਉਹ ਹੁੰਦੀਆਂ ਨੇ ਜਦੋਂ ਜੇਕਰ ਕਿਸੇ ਬੱਚੇ ਨੂੰ ਕੋਈ ਚੀਜ਼ ਸਮਝਾਣੀ ਹੈ ਤਾਂ ਮੈਂ ਇਸ ਤਰ੍ਹਾਂ ਸਮਝਾਵਾਂ ਕਿ ਬਾਅਦ ਦੇ ਵਿੱਚ ਉਹਦੇ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਡਾਊਟ ਨਾ ਰਹਿ ਜਾਏ, ਉਹਦੇ ਕਨਸੈਪਟ ਪਹਿਲਾਂ ਤੋਂ ਹੀ ਬੜੇ ਕਲੀਅਰ ਹੋ ਕੇ ਚੱਲਣ। ਠੀਕ ਹੈ ਜੀ, ਕਲੀਅਰ ਹੈ ਜੀ? ਐਨੀ ਡਾਊਟ? यस, एंड आंसर कर दो। इंडक्टिव ग्रामर टीचिंग दा ए ऑप्शन आएगी या फिर बी ऑप्शन? टीचिंग ग्रामर रूल्स एक्सप्लिसिटी बिफोर प्रैक्टिस, प्रैक्टिस तो पहला बच्चे ने रूल सिखाने, या फिर टीचिंग ग्रामर बाय हैविंग स्टूडेंट डिस्कवर रूल्स थ्रू द एग्जांपल। हुन क्वेश्चन दी सेंस ध्यान नाल समझे जो कि कह रहे ने डिस्कवर रूल्स थ्रू एग्जांपल। ये ना देख लिया जी मैम पहला रूल लिखा है फिर एग्जांपल लिखा हुआ है, नहीं। एंड दे विच डायरेक्ट की कह रहे ने, कह रहे हैं कि सॉरी, टीचर एक्सप्लिसिटली एक्सप्लेन ग्रामर रूल्स बिफोर स्टूडेंट्स प्रैक्टिस देम। ओ सॉरी 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 सॉरी, की हो रहा है, की हो रहा है अपना क्वेश्चन 13 से। हाँ जी, टीचिंग ग्रामर बाय हैविंग अ स्टूडेंट डिस्कवर रूल्स थ्रू एग्जाम्पल्स, मतलब इट मीनस किंदी गल कर रहे हैं पहला एग्जाम्पल टू किंदे वाल जाना है रूल। सो एग्जाम्पल टू रूल लई अपना केड़ा अप्रोच हुंदी है इंडक्टिव मैथड। दैट्स वाई अपना राइट आंसर की बन जाएगा बी ऑप्शन। इज इट क्लियर टू एवरीवन? यस, कीप इट अप। क्वेश्चन नंबर 14, which method of language teaching places a strong emphasizes on grammar rules and translation exercises? डायरेक्ट मेथड है, कम्युनिकेटिव लैंग्वेज टीचिंग है, ग्रामर ट्रांसलेशन मेथड है, या टास्क बेस्ड लर्निंग? ए बी सी डी, विच वन इज द करेक्ट आंसर? हाँ जी, आंसर करो राजे। ए ऑप्शन आएगी, बी ऑप्शन आएगी, सी ऑप्शन आएगी या डी?
मैं क्लास ਦੇ ਵਿੱਚ ਕਿਹੜਾ ਮੈਥਡ ਯੂਜ਼ ਕਰ ਰਹੀ ਹਾਂ ਤੁਹਾਨੂੰ ਪੜ੍ਹਾਉਣ ਲਈ, ग्रामर ट्रांसलेशन। ऊपर भी इन्होंने की कह दिता, ग्रामर रूल्स से ट्रांसलेशन करे, तो राइट आंसर भी अपना की बन जाएगा सी ऑप्शन, विदाउट एनी डाउट, विदाउट वेस्टिंग एनी टाइम, सी ऑप्शन अपना राइट आंसर आ जाएगा। यस, क्वेश्चन नंबर 15 व्हाट स्टेटस इज गिवन टू इंग्लिश लैंग्वेज इन द इंडियन कॉन्स्टिट्यूशन। वो कह रहे ने जिहड़ा अपना कॉन्स्टिट्यूट बनया होया है, कॉन्स्टिट्यूशन है इंडियन दा, की बोल गया, इंडियन कॉन्स्टिट्यूशन के अकॉर्डिंग इंग्लिश लैंग्वेज नूं किहड़ी प्रेफरेंस दी गई है। रिकॉग्नाइज लैंग्वेज, एज अ एसोसिएटेड ऑफिशियल लैंग्वेज या फॉरेन लैंग्वेज। इत्थे बच्चे गलती करनगे, डेफिनेटली करनगे, आई नो सारे करनगे। चलो आंसर करो, ए बी सी या डी। यस यस, फॉरेन लैंग्वेज नहीं जी राजे, बी ऑप्शन आएगा एसोसिएट ऑफिशियल लैंग्वेज। ये अंडर आर्टिकल केड़े अंडर आर्टिकल की गल की गई है 343। इज इट क्लियर टू एवरीवन? यस क्लियर है जी। सॉरी, बी ऑप्शन आएगा एसोसिएट ऑफिशियल लैंग्वेज। ओके जी, ओके, गुड गुड गुड। हाँ जी, ये आंसर की लगी हुई है, तुम एक बार चैक कर लेना। हाँ जी, जिन्होंने बच्चों ने फ्री व्हाट्सएप ग्रुप ज्वाइन करना है जी, अपना नेम, सिटी, कोर्स या जेंडर करके तुम सारी डिटेल्स भेज सकते हो। क्यू आर कोड है, इहदे ते तुसीं स्कैन करके सारी डिटेल लै सकते हो, तो डायरैक्टली तुसीं ज्वाइन कर सकते हो व्हाट्सएप ग्रुप। तुहाडे सामने सोशल मीडिया हैंडल्स तुहाडे अगे शेयर किए गए हैं। टैलीग्राम के लिए अलग लिंक है, इंस्टाग्राम, फेसबुक, व्हाट्सएप, या फिर जेकर तुसी एड्रैस जानना है कि हाँ जी ऑफलाइन एड्रैस की है, सो तुहाडे सामने सोशल मीडिया हैंडल्स से डिटेल्स है। ठीक है राजे। सो अज की क्लास आपां अगेन 15 क्वेश्चन ही रखे ने। आई होप कि तुहानूं सारिआं नूं समझ आ गया होएगा। मेरे करवाने का मतलब राजे 15 क्वेश्चन ये नहीं है कि तुहानूं डेली दे क्लास 30 क्वेश्चन करवा देवां ते बच्चों नूं समझ भी ना आए तो ऐं लगे कि कितना ही काम हो गया। थोड़े क्वेश्चन कर लो बट विद अंडरस्टैंडिंग करो, ताकि अगे एवें दे क्वेश्चन जेकर मोल्ड भी किया जाए ना या डायरैक्ट पेपर च पूछा भी जाए तुहाडे तो तुसीं गलती ना करो। ठीक है जी। सो थैंक यू फ्रॉम माई साइड राजे, वधिया वधिया तैयारी कर लो। जेकर किसी भी तरह का किसी बच्चे को कोई डाउट रहिंदा है तो कमेंट बॉक्स में कमेंट कर देना। ठीक है जी, थैंक यू एवरीवन।